ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਪੰਜਾਬੀ ਦੇ ਵਿੱਚ ਪੰਜ ਗੁਰੂ ਸਾਹਿਬਾਨਾਂ ਬਾਰੇ ਪੜ ਚੁੱਕੇ ਹਾਂ, ਠੀਕ ਹੈ ਜੀ। ਸੋ ਇਹ ਵੀਡੀਓ ਹੋਣ 'ਚ ਥੋੜਾ ਜਿਹਾ ਲੇਟ ਹੋ ਗਈ, ਇਹਦੇ ਲਈ ਮੈਂ ਮਾਫੀ ਚਾਹੁੰਦਾ। ਅੱਜ ਆਪਾਂ ਕੀ ਪੜਾਂਗੇ? ਛੇਵੇਂ ਗੁਰੂ, ਸਿੱਖਾਂ ਦੇ ਛੇਵੇਂ ਗੁਰੂ ਜਿਹੜੇ ਕੀ ਸੀ? ਗੁਰੂ ਹਰਗੋਬਿੰਦ ਜੀ, ਉਹਨਾਂ ਬਾਰੇ, ਠੀਕ ਹੈ। ਦੇਖੋ ਹੁਣ ਤੱਕ ਆਪਾਂ ਪੰਜ ਗੁਰੂ ਬਾਰੇ ਪੜਿਆ। ਜੇ ਪੇਪਰ 'ਚ ਆਵੇ ਕਿ ਪਹਿਲੇ ਸ਼ਹੀਦੀ ਦੇਣ ਵਾਲੇ ਗੁਰੂ ਕਿਹੜੇ ਸੀ, ਤਾਂ ਕਿਹੜੇ ਸੀ ਜੀ? ਗੁਰੂ ਅਰਜਨ ਦੇਵ, ਜਿਨ੍ਹਾਂ ਨੂੰ ਸ਼ਹੀਦਾਂ ਦਾ ਸਰਤਾਜ ਵੀ ਕਿਹਾ ਜਾਂਦਾ ਹੈ। ਪਰ ਜੇ ਮੈਂ ਕਹਾਂ ਕਿ ਪਹਿਲੇ ਵਾਰੀਅਰ, ਪਹਿਲੇ ਜਿਹੜੇ ਮਤਲਬ ਜੰਗ ਦੇ ਵਿੱਚ ਜਿਹੜੇ ਆਪਣੇ ਪ੍ਰਸਿੱਧੀ ਖੱਟ ਕੇ ਗਏ ਨੇ, ਉਹ ਕੌਣ ਸੀਗੇ? ਗੁਰੂ ਹਰਗੋਬਿੰਦ ਜੀ, ਠੀਕ ਹੈ ਜੀ। ਮਤਲਬ ਇਹਨਾਂ ਨੇ ਕੀ ਕੀਤਾ ਸੀ? ਮੀਰੀ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੀ। ਇੱਕ ਕਿਹਦੇ ਸੀ? ਦੁਨੀਆ ਦੇ ਲਈ ਵੀ, ਠੀਕ ਹੈ। ਇੱਕ ਕੀ ਸੀ? ਅਧਿਆਤਮਕ ਦੇ ਲਈ। ਮਤਲਬ ਕੀ ਹੈ, ਹੁਣ ਤੱਕ ਜੋ ਪੰਜ ਗੁਰੂ ਸੀ ਉਹ ਸਾਰੇ ਅਧਿਆਤਮਕ ਨਾਲ ਹੀ ਤਾਲੁਕਾਤ ਰੱਖਦੇ ਸੀ, ਪਰ ਇਹਨਾਂ ਨੇ ਦੁਨੀਆ ਦੇ ਨਾਲ ਵੀ ਮਤਲਬ ਕੀਤਾ। ਆਪਾਂ ਨੇ ਵੀ ਆਪਣਾ ਜਿਹੜਾ ਕੀ ਹੈ, ਆਪਣੇ ਆਪ ਨੂੰ ਖਤਮ ਨਹੀਂ ਹੋਣ ਦੇਣਾ, ਠੀਕ ਹੈ। ਸਿੱਖੀ ਨੂੰ ਖਤਮ ਨਹੀਂ ਹੋਣ ਦੇਣਾ। ਤਾਂ ਇਹਨਾਂ ਨੇ ਇਸ ਦੇ ਨਾਲ ਹੀ ਬਹੁਤ ਸਾਰੇ ਕਦਮ ਚੁੱਕੇ, ਬਹੁਤ ਜੰਗਾਂ ਲੜੀਆਂ। ਸੋ ਸਾਰਾ ਕੁਝ ਜੋ ਵੀ ਕੀਤਾ ਉਹ ਆਪਾਂ ਅੱਜ ਪੜਾਂਗੇ ਇਸ ਵੀਡੀਓ ਦੇ ਵਿੱਚ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕੀ ਨੇ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਤੁਹਾਨੂੰ ਪਤਾ ਹੈ ਕਿ ਇਹ ਸਿੱਖਾਂ ਦੇ ਛੇਵੇਂ ਗੁਰੂ ਹੋਏ ਤੇ ਇਹ ਕਿਹਨਾਂ ਦੇ ਪੁੱਤਰ ਸੀ? ਅਰਜਨ ਦੇਵ ਜੀ ਦੇ ਪੁੱਤਰ ਸੀ। ਮੈਂ ਤੁਹਾਨੂੰ ਪਹਿਲਾਂ ਵੀ ਕਰਾ ਚੁੱਕਿਆ ਕਿ ਜਿਹੜੇ ਅਰਜਨ ਦੇਵ ਜੀ ਸੀਗੇ, ਇਹ ਕੁੱਲ ਤਿੰਨ ਭਾਈ ਸੀਗੇ। ਕਿਹੜੇ? ਮਹਾਦੇਵ ਜੀ, ਅਰਜਨ ਦੇਵ ਜੀ ਅਤੇ ਪ੍ਰਿਥੀ ਚੰਦ, ਠੀਕ ਹੈ। ਮਹਾਦੇਵ ਨੇ ਕੁਝ ਨਹੀਂ ਕਿਹਾ ਕਿ ਮੈਨੂੰ ਗੁਰਗੱਦੀ ਚਾਹੀਦੀ ਹੈ, ਨਹੀਂ ਚਾਹੀਦੀ ਹੈ। ਅਰਜਨ ਦੇਵ ਜੀ ਪੂਰੀ ਭਗਤੀ ਨਾਲ ਕੀ ਕਰਦੇ ਸੀ? ਸੇਵਾ ਕਰਦੇ ਸੀ, ਤਾਂ ਕਰਕੇ ਇਹਨਾਂ ਨੂੰ ਗੁਰਗੱਦੀ ਮਿਲੀ। ਜਿਹੜਾ ਪ੍ਰਿਥੀ ਚੰਦ ਸੀ ਉਹ ਕੀ ਕਰਦਾ ਸੀ? ਇਹਨਾਂ ਦਾ ਵਿਰੋਧ ਕਰਦਾ ਸੀ। ਤਾਂ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਦੇ ਜਦੋਂ ਪੁੱਤਰ ਹੋਏ ਹਰਗੋਬਿੰਦ ਜੀ, ਠੀਕ ਹੈ, ਤਾਂ ਜਿਹੜਾ ਪ੍ਰਿਥੀ ਚੰਦ ਸੀ ਉਹਨਾਂ ਨੇ ਇਹਨਾਂ ਨੂੰ ਮਰਵਾਉਣ ਦੀਆਂ ਬਹੁਤ ਸਾਜ਼ਿਸ਼ਾਂ ਕੀਤੀਆਂ, ਪਰ ਸਾਰੀਆਂ ਕੀ ਹੋ ਗਈਆਂ ਜੀ? ਫੇਲ ਹੋ ਗਈਆਂ ਸੀ, ਠੀਕ ਹੈ ਜੀ। ਸੋ ਅੱਜ ਆਪਾਂ ਗੁਰੂ ਹਰਗੋਬਿੰਦ ਜੀ ਬਾਰੇ ਪੜਾਂਗੇ। ਤਾਂ ਇਹਨਾਂ ਦਾ ਜਨਮ ਕਦੋਂ ਹੋਇਆ ਜੀ? 14 ਜੂਨ 1595 ਦੇ ਵਿੱਚ ਕੀ ਹੋਇਆ? ਇਹਨਾਂ ਦਾ ਜਨਮ ਹੋਇਆ। ਕਿੱਥੇ ਹੋਇਆ ਜੀ? ਗੁਰੂ ਕੀ ਵਡਾਲੀ। ਕਿੱਥੇ ਹੈ ਇਹ? ਅੰਮ੍ਰਿਤਸਰ ਦੇ ਵਿੱਚ ਹੈ। ਜਦੋਂ ਇਹਨਾਂ ਦਾ ਜਨਮ ਹੋਇਆ ਤਾਂ ਇਹਨਾਂ ਦੇ ਜੋ ਪਿਤਾ ਸੀ ਅਰਜਨ ਦੇਵ ਜੀ, ਉਹਨਾਂ ਨੇ ਇੱਕ ਸ਼ਹਿਰ ਵਸਾਇਆ ਸੀ ਜਿਹਦਾ ਨਾਮ ਕੀ ਰੱਖਿਆ? ਹਰਗੋਬਿੰਦਪੁਰਾ, ਠੀਕ ਹੈ ਜੀ। ਜਿਨ੍ਹਾਂ ਦਾ ਨਾਮ ਕੀ ਰੱਖਿਆ ਗਿਆ ਜੀ? ਹਰਗੋਬਿੰਦਪੁਰਾ। ਇਹਨਾਂ ਦੀ ਮਾਤਾ ਦਾ ਨਾਮ ਕੀ ਸੀ ਜੀ? ਇਹਨਾਂ ਦੀ ਮਾਤਾ ਦਾ ਨਾਮ ਸੀ ਗੰਗਾ ਦੇਵੀ ਤੇ ਪਿਤਾ ਕੌਣ ਸੀ? ਗੁਰੂ ਅਰਜਨ ਦੇਵ ਜੀ। ਉਹੀ ਅਰਜਨ ਦੇਵ ਜੀ ਨੇ ਜੋ ਪੰਜਵੇਂ ਗੁਰੂ ਰਹੇ, ਠੀਕ ਹੈ। ਇਹਨਾਂ ਨੇ ਜੋ ਵਿਦਿਆ ਸੀਗੀ, ਮਤਲਬ ਪੜ੍ਹਾਈ ਲਿਖਾਈ ਸੀਗੀ, ਉਹ ਕਿਹਨਾਂ ਤੋਂ ਪ੍ਰਾਪਤ ਕੀਤੀ? ਭਾਈ ਗੁਰਦਾਸ ਜੀ ਤੋਂ ਪ੍ਰਾਪਤ ਕੀਤੀ। ਤੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਸਾਰਾ ਕੁਝ ਪੜ੍ਹੇ, ਠੀਕ ਹੈ। ਜੋ ਪੜ੍ਹਨ ਵਾਲੀ ਚੀਜ਼ ਸੀਗੀ, ਮਤਲਬ ਕਿਤਾਬੀ ਗਿਆਨ, ਉਹਨਾਂ ਨੇ ਕਿਹਨਾਂ ਤੋਂ ਲਿਆ? ਭਾਈ ਗੁਰਦਾਸ ਜੀ ਤੋਂ। ਪਰ ਜੋ ਸ਼ਸਤਰ ਵਿਦਿਆ ਦਾ ਗਿਆਨ ਲਿਆ, ਉਹਨਾਂ ਨੇ ਕਿਹਨਾਂ ਤੋਂ ਲਿਆ ਜੀ? ਬਾਬਾ ਬੁੱਢਾ ਜੀ ਤੋਂ, ਠੀਕ ਹੈ। ਜੋ ਵੀ ਸ਼ਸਤਰ ਵਿਦਿਆ ਦਾ ਗਿਆਨ ਸੀ ਉਹ ਬਾਬਾ ਬੁੱਢਾ ਜੀ ਤੋਂ ਲਿਆ, ਪਰ ਜੋ ਵੀ ਨਾਰਮਲ ਗਿਆਨ ਸੀ, ਕਿਤਾਬੀ ਗਿਆਨ ਸੀਗਾ, ਠੀਕ ਹੈ, ਉਹ ਕਿਹਨਾਂ ਤੋਂ ਲਿਆ? ਭਾਈ ਗੁਰਦਾਸ ਜੀ ਤੋਂ ਲਿਆ ਜਾਂ ਉਹਨਾਂ ਦੀ ਦੇਖ ਰੇਖ ਵਿੱਚ ਲਿਆ, ਠੀਕ ਹੈ ਜੀ। 1595 ਵਿੱਚ ਆਪ ਦੇ ਪਿਤਾ ਨੇ ਆਪ ਜੀ ਦੇ ਜਨਮ ਤੇ ਹਰਗੋਬਿੰਦਪੁਰਾ ਵਸਾਇਆ, ਜਿਹੜਾ ਮੈਂ ਤੁਹਾਨੂੰ ਦੱਸ ਰੱਖਿਆ ਸੀਗਾ। ਕਦੋਂ ਵਸਾਇਆ? 1595 ਦੇ ਵਿੱਚ ਵਸਾਇਆ ਜੀ, ਠੀਕ ਹੈ। ਇਹਨਾਂ ਦੇ ਪੁੱਤਰ ਹੋਏ ਨੇ ਜੀ, ਇਹਨਾਂ ਦੇ ਕੁੱਲ 5 ਪੁੱਤਰ ਸੀ। ਕਿਹੜੇ? ਬਾਬਾ ਗੁਰਦਿੱਤਾ ਜੀ, ਇਹ ਸਭ ਤੋਂ ਵੱਡੇ ਹੋਏ ਨੇ। ਅਨੀ ਰਾਏ ਜੀ, ਸੂਰਜਮਲ ਜੀ, ਅਟਲ ਰਾਏ ਜੀ ਅਤੇ ਤੇਗ ਬਹਾਦਰ ਜੀ, ਠੀਕ ਹੈ। ਹਾਂਜੀ, ਇਹ ਤੇਗ ਬਹਾਦਰ ਉਹੀ ਨੇ ਜਿਹੜੇ ਅੱਗੇ ਜਾ ਕੇ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ? 9ਵੇਂ ਗੁਰੂ ਹੋਏ। ਤੇ ਜਿਹੜੇ ਸਿੱਖਾਂ ਦੇ ਅੱਗੇ ਜਾ ਕੇ 7ਵੇਂ ਗੁਰੂ ਹੋਏ, ਉਹ ਕਿਹਨਾਂ ਦੇ ਪੁੱਤਰ ਸੀ? ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸੀ। ਇਹਨਾਂ ਦੇ ਪੁੱਤਰਾਂ ਦੇ ਵਿੱਚੋਂ ਅਗਲਾ ਗੁਰੂ ਕਿਉਂ ਨਹੀਂ ਬਣਿਆ? ਕਿਉਂਕਿ ਇਹ ਜਿਹੜੇ ਬਾਬਾ ਗੁਰਦਿੱਤਾ ਜਿਹੜੇ ਸਭ ਤੋਂ ਵੱਡੇ ਸੀ, ਇਹ ਕੀ ਕਰ ਗਏ ਸੀਗੇ? ਇਹਨਾਂ ਦੇ ਮਤਲਬ ਗੁਰੂ ਕਾਲ ਦੇ ਵਿੱਚ ਹੀ ਕੀ ਕਰ ਗਏ ਸੀ? ਅਕਾਲ ਚਲਾਣਾ ਕਰ ਗਏ ਸੀ, ਠੀਕ ਹੈ ਜੀ। ਤਾਂ ਕਰਕੇ ਆਪ ਜੀ ਦੇ 5 ਪੁੱਤਰ ਸਨ। ਕਿਹਾ ਜਾਂਦਾ ਇਹਨਾਂ ਦੀਆਂ 3 ਪਤਨੀਆਂ ਸਨ, ਠੀਕ ਹੈ ਜੀ। ਕਿਤੇ ਮਿਲੂਗਾ 3 ਪਤਨੀਆਂ ਸਨ, ਕਿਤੇ ਮਿਲੂਗਾ ਕਿ ਇੱਕੋ ਪਤਨੀ ਦੇ 3 ਨਾਮ ਸਨ। ਤਾਂ ਉਹਨਾਂ ਦੇ ਨਾਮ ਕੀ ਸੀ ਜੀ? ਮਾਤਾ ਦਾਮੋਦਰੀ, ਮਾਤਾ ਨਾਨਕੀ ਤੇ ਮਾਤਾ ਮਾਇਆ ਕੌਰ, ਠੀਕ ਹੈ ਜੀ। ਕੀ ਨਾਮ ਸੀ ਜੀ? ਮਾਤਾ ਮਾਇਆ ਕੌਰ, ਸੌਰੀ ਮਾਇਆ ਦੇਵੀ, ਠੀਕ ਹੈ ਜੀ। ਦਾਮੋਦਰੀ, ਨਾਨਕੀ ਤੇ ਮਾਇਆ ਦੇਵੀ। ਸੋ ਜੇ ਮੈਂ ਗੱਲ ਕਰਾਂ ਬਾਬਾ ਗੁਰਦਿੱਤਾ ਜੀ ਤੇ ਅਨੀ ਰਾਏ ਜੀ, ਇਹ ਕਿਹਨਾਂ ਦੇ ਪੁੱਤਰ ਸੀ? ਇਹ ਦਾਮੋਦਰੀ ਜੀ ਦੇ ਪੁੱਤਰ ਸੀ। ਤੇ ਨਾਨਕੀ ਦੇ ਪੁੱਤਰ ਕੌਣ ਸੀ? ਤੇਗ ਬਹਾਦਰ ਜੀ। ਸੌਰੀ, ਬਾਬਾ ਗੁਰਦਿੱਤਾ ਜੀ ਤੇ ਅਨੀ ਰਾਏ ਕਿਹਨਾਂ ਦੇ ਸੀ? ਦਾਮੋਦਰੀ ਦੇ। ਸੂਰਜਮਲ ਤੇ ਅਟਲ ਰਾਏ ਇਹ ਕਿਹਨਾਂ ਦੇ ਸੀਗੇ? ਮਾਇਆ ਦੇਵੀ ਦੇ। ਤੇ ਤੇਗ ਬਹਾਦਰ ਜੀ ਕਿਹਨਾਂ ਦੇ ਸੀਗੇ? ਨਾਨਕੀ ਦੇ ਸੀਗੇ, ਠੀਕ ਹੈ ਜੀ। ਇਹਨਾਂ ਦੀ ਇੱਕ ਪੁੱਤਰੀ ਵੀ ਸੀ ਜਿਹਨਾਂ ਦਾ ਨਾਮ ਕੀ ਸੀ ਜੀ? ਬੀਬੀ ਵੀਰੋ। ਇਹਨਾਂ ਨੂੰ ਗੁਰਗੱਦੀ ਕਦੋਂ ਮਿਲੀ? 1606 ਦੇ ਵਿੱਚ ਮਿਲੀ ਤੇ ਲਗਭਗ 1645 ਤੱਕ ਇਹ ਗੁਰੂ ਗੱਦੀ ਤੇ ਵਿਰਾਜਮਾਨ ਰਹੇ ਤੇ 1645 ਨੂੰ ਇਹ ਜੋਤੀ ਜੋਤ ਸਮਾ ਗਏ ਸੀਗੇ। ਆਪ ਦੀ ਉਮਰ ਉਦੋਂ ਲਗਭਗ 11 ਸਾਲ ਸੀ ਜਦੋਂ ਇਹਨਾਂ ਨੂੰ ਕੀ ਮਿਲੀ ਜੀ? ਗੁਰਗੱਦੀ ਮਿਲੀ। ਇਹਨਾਂ ਦੇ ਸਮਕਾਲੀ ਰਾਜਾ ਕੌਣ ਰਹੇ? ਇਹਨਾਂ ਦੇ ਸਮਕਾਲੀ ਰਾਜਾ ਰਹੇ ਜਹਾਂਗੀਰ ਤੇ
शाहजहां, ਤੁਹਾਨੂੰ पता है कि जहांगीर ने गुरु अर्जन देव जी ਨੂੰ ਕੀ ਕਰਵਾਇਆ ਸੀ, शहीद करवाया ਸੀ, ਕਿਹਦੇ ਕਹਿਣ ਦੇ ਉੱਤੇ, चंदू शाह। चंदू शाह का विरोध ਤੁਹਾਨੂੰ ਪਹਿਲਾਂ पढ़ा चुकिया मैं, चंदू शाह ਦੇ ਕਹਿਣ ਦੇ ਉੱਤੇ। ਤਾਂ ਕਹਿੰਦੇ ਨੇ ਕਿ ਇੱਕ ਵਾਰ ਜਹਾਂਗੀਰ ਨੇ ਇਹਨਾਂ ਨੂੰ ਵੀ ਕੈਦ ਕਰਵਾ ਲਿਆ ਸੀ, ਕਿਹਨਾਂ ਨੂੰ, ਗੁਰੂ ਹਰਗੋਬਿੰਦ ਜੀ ਨੂੰ, ਠੀਕ ਹੈ, ਕਿੱਥੇ, ਗਵਾਲੀਅਰ ਦੇ ਕਿਲੇ ਦੇ ਵਿੱਚ। ਕਿਉਂ, ਇਸੇ ਕਰਕੇ ਕਿਉਂਕਿ ਚੰਦੂ ਸ਼ਾਹ ਨੇ ਕੀ ਕਰਤੀ ਸੀ, ਸ਼ਿਕਾਇਤ ਕਰਤੀ ਸੀ ਕਿ ਉਹ ਤਾਂ ਲੋਕਾਂ ਨੂੰ ਭੜਕਾ ਰਿਹਾ, ਆਪਣੀ ਫੌਜ ਬਣਾ ਰਿਹਾ, ਆਪਣੇ ਤੇ ਡੋਮੀਨੈਂਸ ਕਰ ਲੂਗਾ, ਤਾਂ ਕਰਕੇ। ਤੇ ਕਹਿੰਦੇ ਨੇ ਲਗਭਗ 2 ਜਾਂ ਕਿਤੇ ਕਿਤੇ ਤੁਹਾਨੂੰ 3 ਮਿਲ ਜੂ, 3 ਸਾਲ ਲਈ ਗਵਾਲੀਅਰ ਦੇ ਕਿਲੇ ਦੇ ਵਿੱਚ ਰੱਖਿਆ। ਹੁਣ ਜਦੋਂ ਰੱਖਿਆ ਤਾਂ ਹੁਣ ਗੁਰੂ ਸਾਹਿਬ ਕੀ ਕਰਦੇ ਸੀ, ਉੱਥੇ ਕੀਰਤਨ ਕਰਦੇ ਸੀ। ਤਾਂ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਵੀ ਆਪਣੇ ਮਤਲਬ ਉਹ ਸੀਗੇ ਪੈਰੋਕਾਰ ਸੀਗੇ ਜਾਂ ਉਹਨਾਂ ਨੂੰ ਸੁਣਨ ਆਉਂਦੇ ਸੀਗੇ, ਉਹਨਾਂ ਦੇ ਸ਼ੀਸ਼ੇ ਚੇਲੇ ਸੀ, ਉਹ ਉੱਥੇ ਗਵਾਲੀਅਰ ਦੇ ਕਿਲੇ ਦੇ ਬਾਹਰ ਖੜ ਜਾਂਦੇ ਸੀ। ਉੱਥੇ ਬਹੁਤ ਜ਼ਿਆਦਾ ਕੀ ਹੋਣ ਲੱਗ ਗਿਆ, ਰਸ਼ ਹੋਣ ਲੱਗ ਗਿਆ, ਠੀਕ ਹੈ। ਸੋ ਇਹ ਸਾਰਾ ਕੁਝ ਦੇਖਦੇ ਹੋਏ ਜਿਹੜੇ ਉੱਥੇ ਨਾਲ 52 ਰਾਜੇ ਸੀਗੇ, ਉਹ ਵੀ ਗੁਰੂ ਜੀ ਦੇ ਨਾਲ ਕੀ ਹੋ ਗਏ, ਵੀ ਗੁਰੂ ਜੀ ਦੇ ਇੱਕ ਤਰੀਕੇ ਨਾਲ ਸ਼ਰਨ ਦੇ ਵਿੱਚ ਆ ਗਏ ਕਿ ਗੁਰੂ ਜੀ ਤੁਸੀਂ ਬਹੁਤ ਮਹਾਨ ਹੋ। ਇੱਕ ਤਰੀਕੇ ਨਾਲ ਵੀ ਗੁਰੂ ਜੀ ਦਾ ਕੀਰਤਨ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਉੱਥੇ ਮਸ਼ਹੂਰ ਹੋ ਗਿਆ। ਤਾਂ ਫਿਰ ਜਿਹੜੇ ਇਹਦੀ ਬੇਗਮ ਸੀਗੀ ਨੂਰ ਜਹਾਂ, ਠੀਕ ਹੈ, ਨੂਰ ਜਹਾਂ ਦੇ ਕਹਿਣ ਦੇ ਉੱਤੇ ਤੇ ਮੀਆਂ ਮੀਰ ਜੀ ਦੇ ਕਹਿਣ ਦੇ ਉੱਤੇ ਇਹਨਾਂ ਨੇ ਕੀ ਸੋਚਿਆ ਵੀ ਚਲੋ ਇਹਨਾਂ ਨੂੰ ਕੀ ਕਰ ਦਿੰਦੇ ਆ, ਰਿਹਾ ਕਰ ਦਿੰਦੇ ਆ। ਪਰ ਗੁਰੂ ਜੀ ਨੇ ਕਿਹਾ ਕਿ ਮੈਂ ਇਕੱਲਾ ਰਿਹਾ ਨਹੀਂ ਹੁੰਦਾ, ਮੈਂ ਆਪਣੇ ਨਾਲ ਜਿਹੜੇ 52 ਰਾਜੇ ਨੇ ਉਹਨਾਂ ਨੂੰ ਵੀ ਰਿਹਾ ਕਰਵਾਉਂਗਾ। ਤਾਂ ਜਹਾਂਗੀਰ ਹੁਣ ਰਾਜਾ ਸੀਗਾ, ਉਹ ਐ ਕਿਵੇਂ ਮੰਨ ਜੇ। ਤਾਂ ਜਹਾਂਗੀਰ ਨੇ ਕਿਹਾ ਵੀ ਜਿੰਨੇ ਜਾਣੇ ਤੁਹਾਡਾ ਤੁਸੀਂ ਚੱਕ ਕੇ ਲੈ ਗਏ, ਮਤਲਬ ਤੁਹਾਡੇ ਨਾਲ ਤੁਹਾਡੇ ਜਿਹੜਾ ਪੱਲਾ ਫੜ ਕੇ ਲੈ ਗਏ, ਬਾਹਰ ਨਿਕਲ ਗਏ, ਉਹਨੇ ਰਾਜੇ ਮੈਂ ਰਿਹਾ ਕਰ ਦੂੰ। ਤਾਂ ਉਹਨਾਂ ਨੇ 52 ਕਲੀਆਂ, ਉਹਨੂੰ ਕਹਿੰਦੇ ਨੇ ਕਲੀਆਂ, ਠੀਕ ਹੈ, ਆਪਣੇ ਜੋ ਉਹਨਾਂ ਦੀ ਪੋਸ਼ਾਕ ਸੀ ਉਹਨਾਂ 52 ਕਲੀਆਂ ਸਵਾਈਆਂ ਤਾਂ ਕਿ 52 ਦੇ 52 ਰਾਜੇ ਉਹਨੂੰ ਫੜ ਕੇ ਬਾਹਰ ਆ ਜਾਣ, ਠੀਕ ਹੈ। ਇਹਦੇ ਨਾਲ ਹੀ ਉਹਨੇ ਇੱਕ ਤਰੀਕੇ ਨਾਲ ਸਿੱਖਾਂ ਦੇ ਨਾਲ ਚੰਗਾ ਉਹ ਕਰਨ ਦੇ ਲਈ, ਰਿਸ਼ਤਾ ਬਣਾਉਣ ਦੇ ਲਈ ਜਹਾਂਗੀਰ ਨੇ ਕੀ ਕੀਤਾ, ਜਿਹੜਾ ਚੰਦੂ ਸ਼ਾਹ ਸੀ, ਚੰਦੂ ਸ਼ਾਹ ਨੂੰ ਕੀ ਕਰਤਾ। ਚੰਦੂ ਸ਼ਾਹ ਉਹੀ ਸੀ ਜਿਹਨੇ ਗੁਰੂ ਅਰਜਨ ਦੇਵ ਜੀ ਦੇ ਉੱਤੇ ਰੇਤ ਪਾਈ ਸੀ, ਤੱਤੀ ਰੇਤ ਪਾਈ ਸੀ। ਤਾਂ ਚੰਦੂ ਨੂੰ ਕੀ ਕਰਤਾ, ਲਾਹੌਰ ਦੇ ਜਿਹੜੇ ਲੋਕ ਸੀ ਉਹਨਾਂ ਦੇ ਹਵਾਲੇ ਕਰਤਾ, ਸਿੱਖਾਂ ਦੇ ਹਵਾਲੇ ਕਰਤਾ ਵੀ ਜੋ ਇਹਦੇ ਨਾਲ ਕਰਨਾ ਤੁਸੀਂ ਕਰ ਸਕਦੇ ਹੋ। ਤਾਂ ਚੰਦੂ ਸ਼ਾਹ ਨੂੰ ਬਹੁਤ ਹੀ ਮਤਲਬ ਗਲੀਆਂ ਦੇ ਵਿੱਚ ਉਹਦੇ ਉੱਤੇ ਉਹੀ ਰੇਤ ਪਾ ਕੇ, ਗਰਮ ਰੇਤ ਪਾ ਕੇ ਉਹਨੂੰ ਬਹੁਤ ਤਸੀਹੇ ਦੇ ਕੇ ਲੋਕਾਂ ਦੀ ਭੀੜ ਦੁਆਰਾ ਹੀ ਕੀ ਕਰਤਾ, ਮਾਰ ਦਿੱਤਾ ਗਿਆ, ਠੀਕ ਹੈ ਜੀ। ਤਾਂ ਸਮਕਾਲੀ ਕੌਣ ਸੀ, ਜਹਾਂਗੀਰ ਤੇ ਸ਼ਾਹਜਹਾं। ਇਹ ਡੇਟ ਨੋਟ ਕਰ ਲੈ ਜੇ ਕਰਨੀ ਹੋਈ। ਆਪ ਜੀ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਾਈਆਂ। ਇਸ ਤੋਂ ਪਹਿਲਾਂ ਨਾ ਇੱਕ ਸੇਰੀ ਨਾਮ ਹੁੰਦਾ ਸੀ, ਸੇਰੀ ਜਾਂ ਸੇਲੀ। ਤਾਂ ਉਹ ਮਤਲਬ ਇੱਕ ਉੱਨ ਦਾ ਇੱਕ ਧਾਗਾ ਹੁੰਦਾ ਸੀ, ਜਿਹੜੇ ਇਸ ਤੋਂ ਪਹਿਲਾਂ ਕੀ ਪਾਉਂਦੇ ਸੀ, ਗੁਰੂ ਸਾਹਿਬਾਨ ਪਾਉਂਦੇ ਸੀ। ਪਰ ਇਹਨਾਂ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਪਾਈਆਂ, ਜਿਹਦੇ ਵਿੱਚੋਂ ਪੀਰੀ ਕਿਹਦੀ ਉਹ ਸੀਗੀ, ਪ੍ਰਤੀਕ ਸੀ ਆਧਿਆਤਮਿਕਤਾ, ਮਤਲਬ ਰੱਬ ਦੀ, ਮਤਲਬ ਵੀ ਰੱਬ ਨਾਲ ਭਗਤੀ ਵਗੈਰਾ ਦੀ। ਮੀਰੀ ਕਿਹਦੀ ਸੀ, ਦੁਨਿਆਵੀ ਦੀ, ਵੀ ਦੁਨੀਆ ਦੇ ਉੱਤੇ ਜੇ ਕੋਈ ਵੀ ਜ਼ੁਲਮ ਵਗੈਰਾ ਹੋ ਰਿਹਾ ਤਾਂ ਉਹਦੇ ਖਿਲਾਫ ਕੀ ਕਰਨੀ, ਆਪਾਂ ਨੇ ਆਵਾਜ਼ ਚੱਕਣੀ ਆ। ਆਪ ਜੀ ਨੂੰ ਇਹ ਤਲਵਾਰਾਂ ਕਿਹਨਾਂ ਨੇ ਪਵਾਈਆਂ ਜੀ, ਬਾਬਾ ਬੁੱਢਾ ਜੀ ਨੇ ਪਵਾਈਆਂ ਸੀ, ਠੀਕ ਹੈ ਜੀ। ਆਪ ਜੀ ਨੂੰ ਫਿਰ ਉਪਾਧੀ ਕਿਹਦੀ ਮਿਲੀ, ਜਦੋਂ ਆਪਾਂ 52 ਰਾਜਿਆਂ ਨੂੰ ਲੈ ਕੇ ਆਏ ਤਾਂ ਆਪ ਜੀ ਨੂੰ ਕਾਹਦੀ ਉਪਾਧੀ ਮਿਲੀ ਸੀ ਜੀ, ਬੰਦੀ ਛੋੜ, ਬਾਬਾ ਬੰਦੀ ਛੋੜ ਦੀ ਉਪਾਧੀ ਮਿਲੀ ਸੀ। ਆ ਦੇਖੋ ਗਵਾਲੀਅਰ ਦੇ ਕਿਲੇ ਚੋਂ 52 ਰਾਜੇ ਰਿਹਾ ਕਰਵਾਏ ਸੀ ਜੀ, ਠੀਕ ਹੈ। ਤੇ ਆਪ ਨੂੰ ਸੱਚੇ ਪਾਤਸ਼ਾਹ ਵੀ ਕਿਹਾ ਜਾਣ ਲੱਗਿਆ, ਠੀਕ ਹੈ ਜੀ। ਆਪ ਜੀ ਨੂੰ ਸੱਚੇ ਪਾਤਸ਼ਾਹ ਵੀ ਕਿਹਾ ਜਾਣ ਲੱਗਿਆ। ਇਹਨਾਂ ਨੇ ਅਕਾਲ ਤਖਤ ਦਾ ਨਿਰਮਾਣ ਕਰਵਾਇਆ। ਪੇਪਰ 'ਚ ਆਉਂਦਾ ਕਿ ਕਿੰਨੇ ਸਾਲ ਲੱਗੇ, 3 ਸਾਲ ਲੱਗੇ, 1606 ਤੋਂ ਲੈ ਕੇ 1609 ਤੱਕ, ਠੀਕ ਹੈ। ਤਾਂ ਅਕਾਲ ਤਖਤ ਦਾ ਮਤਲਬ ਕੀ ਹੈ, ਉਸ ਰੱਬ ਦਾ ਤਖਤ ਵੀ ਜੋ ਨਿਆਂ ਕਰਨ ਵਾਲਾ ਹੈ, ਜੋ ਦਿਖਦਾ ਨਹੀਂ, ਜੋ ਸਾਰੇ ਕਿਤੇ ਹੈ, ਉਸ ਦਾ ਬੈਠਣ ਦੀ ਜਗ੍ਹਾ, ਉਹਨੂੰ ਆਪਾਂ ਕੀ ਕਹਿੰਦੇ ਆ, ਅਕਾਲ ਤਖਤ, ਠੀਕ ਹੈ। ਇਹ ਪੱਛਮ ਵਾਲੇ ਪਾਸੇ ਹੈ, ਹਰਮੰਦਰ ਸਾਹਿਬ ਦੇ ਕਿਹੜੇ ਪਾਸੇ ਹੈ ਜੀ, ਇਹ ਗੁਰਦੁਆਰੇ ਦੇ ਪੱਛਮ ਵਾਲੇ ਪਾਸੇ ਹੈ। ਆਪ ਨੇ ਕੀਰਤਪੁਰ ਸਾਹਿਬ ਇੱਕ ਨਗਰ ਵਸਾਇਆ ਸੀਗਾ ਜੀ। ਅੱਗੇ ਕੀ ਆਈ, 1634 ਦੇ ਵਿੱਚ ਆਪ ਨੇ 2 ਲੜਾਈਆਂ ਲੜੀਆਂ। ਹੁਣ ਇੱਥੇ ਧਿਆਨ ਨਾਲ ਦੇਖੋ, ਇਹਨਾਂ ਨੇ ਕੁੱਲ 4 ਲੜਾਈਆਂ ਲੜੀਆਂ, ਅੰਮ੍ਰਿਤਸਰ ਦੀ ਲੜਾਈ, ਲਹਿਰਾਂ ਦੀ ਲੜਾਈ, ਫਗਵਾੜਾ ਦੀ ਲੜਾਈ ਤੇ ਕਰਤਾਰਪੁਰ ਦੀ ਲੜਾਈ। ਜਿਹੜੀਆਂ 1634 ਵਿੱਚ ਹੋਈਆਂ ਉਹ 2 ਹੋਈਆਂ, ਮੁੱਖ 4 ਸੀ ਜੀ, ਹੋਰ ਇਹਨਾਂ ਨੇ ਛੋਟੀ ਮੋਟੀਆਂ 2-3 ਲੜਾਈਆਂ ਹੋਰ ਲੜੀ ਸੀ, ਮੁੱਖ 4 ਸੀ। ਅੰਮ੍ਰਿਤਸਰ ਦੀ ਲੜਾਈ ਤੇ ਲਹਿਰਾਂ ਦੀ ਲੜਾਈ 1634 ਦੇ ਵਿੱਚ, ਤੇ 1635 ਦੇ ਵਿੱਚ ਇਹਨਾਂ ਨੇ ਕਿਹੜੀ ਲੜਾਈ ਲੜੀ, ਫਗਵਾੜਾ ਦੀ ਲੜਾਈ ਅਤੇ ਕਰਤਾਰਪੁਰ ਦੀ ਲੜਾਈ ਲੜੀ, ਠੀਕ ਹੈ। ਜਿਹੜੀ ਅੰਮ੍ਰਿਤਸਰ ਦੀ ਲੜਾਈ ਸੀ ਇਹ ਕਿਹਦੇ ਕਰਕੇ ਹੋਈ ਸੀ ਜੀ, ਬਾਜ ਦੇ ਕਰਕੇ। ਕਹਿੰਦੇ ਨੇ ਕਿ ਗੁਰੂ ਸਾਹਿਬਾਨ ਜੋ ਸੀ ਆਪਣੇ ਸ਼ਿਸ਼ਿਆਂ ਦੇ ਨਾਲ ਸ਼ਿਕਾਰ ਖੇਡਣ ਗਏ ਹੋਏ ਸੀ, ਤਾਂ ਕਿਤੋਂ ਉੜਦਾ ਇੱਕ ਪੰਛੀ ਇਹਨਾਂ ਕੋਲੇ ਆ ਗਿਆ, ਠੀਕ ਹੈ। ਉਹਦੇ ਪਿੱਛੇ ਹੀ ਸ਼ਾਹਜਹਾं ਦਾ ਬਾਜ ਆ ਗਿਆ, ਸੌਰੀ ਜਹਾਂਗੀਰ ਦਾ ਬਾਜ ਆ ਗਿਆ, ਠੀਕ ਹੈ। ਜਹਾਂਗੀਰ ਦਾ ਬਾਜ ਆ ਗਿਆ ਤਾਂ ਜਹਾਂਗੀਰ ਨੇ ਕਿਹਾ ਜਾਂ ਮੇਰਾ ਬਾਜ ਲੈ ਕੇ ਆਓ, ਠੀਕ ਹੈ। ਸੋ ਇੱਥੇ ਗੁਰੂ ਜੀ ਕੋਲ ਵੀ ਇੱਕ ਬਾਜ ਸੀ ਆਪਣਾ, ਠੀਕ ਹੈ। ਤਾਂ ਜਦੋਂ ਉਹ ਲੋਕ ਆਏ ਬਾਜ ਲੈਣ ਤਾਂ ਗੁਰੂ ਜੀ ਨੇ ਫੜ ਰੱਖਿਆ ਸੀ। ਉਹ ਕਹਿੰਦੇ, ਉਹਨਾਂ ਨੇ ਧੱਕੇ ਨਾਲ ਕਿਹਾ ਕਿ ਬਾਜ ਦੋ। ਤਾਂ ਗੁਰੂ ਜੀ ਕਹਿੰਦੇ ਵੀ ਇੰਨੇ ਧੱਕੇ ਨਾਲ ਤਾਂ ਅਸੀਂ ਦਿੰਦੇ ਨਹੀਂ, ਠੀਕ ਹੈ। ਤਾਂ ਉਹਨਾਂ ਨੇ ਕਿਹਾ ਵੀ ਉਹ ਜਦੋਂ ਹੋਰ ਉਹਨਾਂ ਨੂੰ ਗਾਲਮ ਗਾਲੀ ਹੋ ਗਏ, ਫਿਰ ਉੱਥੇ ਗੁਰੂ ਜੀ ਨੇ ਕਿਹਾ ਕਿ ਹੁਣ ਤਾਂ ਅਸੀਂ ਤੁਹਾਡਾ ਤਾਜ ਵੀ ਲੈ ਲਾਂਗੇ। ਗੁਰੂ ਜੀ ਦੇ ਸ਼ਿਸ਼ਿਆਂ ਨੇ ਕਿਹਾ, ਅਲੱਗ-ਅਲੱਗ ਕਿਤਾਬਾਂ ਦੇ ਵਿੱਚ, ਅਲੱਗ-ਅਲੱਗ ਸਾਖੀਆਂ ਦੇ ਵਿੱਚ ਅਲੱਗ-ਅਲੱਗ ਚੀਜ਼ ਮਿਲਦੀ ਹੈ। ਪਰ ਇਹ ਜੀ ਗੱਲ ਪੱਕੀ ਹੈ ਕਿ ਜੋ ਅੰਮ੍ਰਿਤਸਰ ਦੀ ਲੜਾਈ ਹੋਈ ਸੀ ਉਹ ਕਿਹਦੇ ਕਰਕੇ ਹੋਈ ਸੀ, ਇੱਕ ਬਾਜ ਦੇ ਕਰਕੇ ਹੋਈ ਸੀ। ਤੇ ਲਹਿਰਾਂ ਦੀ ਲੜਾਈ ਕਿਹਦੇ ਕਰਕੇ ਹੋਈ ਸੀ, ਘੋੜਿਆਂ ਦੇ ਕਰਕੇ ਹੋਈ ਸੀ, ਠੀਕ ਹੈ। ਦਿਲਬਾਗ ਤੇ ਇੱਕ ਨਾਮ ਹੋਰ ਸੀ, ਮੈਂ ਨਾਮ ਨਾ ਭੁੱਲ ਗਿਆ, ਸੌਰੀ ਮੈਂ ਗਲਤ ਨਾ ਕਰਾਂ। ਦਿਲਬਾਗ ਤੇ ਗੁਲਬਾਗ,
दो घोड़े सी ਜਿਹੜੇ अरब तो आ रहे सी, कोई बंदा अरब तो गुरु जी वास्ते लेके आ रहा सी, रस्ते ਦੇ ਵਿੱਚੋਂ ਹੀ ਕੀ ਕਰ ਲਿਆ, ਜਿਹੜੇ ਆਪਣੇ ਕੋਲੇ ਮੁਗਲ ਸੀਗੇ ਉਹਨਾਂ ਦੇ ਲੋਕਾਂ ਨੇ ਕੀ ਕਹਿਤਾ, ਉਹਨੂੰ ਚੱਕ ਕੇ ਮੁਗਲ ਦਰਬਾਰ 'ਚ ਲੈ ਗਏ ਤੇ ਮੁਗਲ ਦੇ ਤਬੇਲੇ 'ਚ ਬੰਨਤੇ। ਫਿਰ ਕੌਣ ਸੀਗੇ, ਬਿਧੀ ਚੰਦ ਸੀਗੇ। ਬਿਧੀ ਚੰਦ ਕੀ ਕੀਤਾ, ਬਿਧੀ ਚੰਦ ਨੇ ਇੱਕ ਉਹ ਕਰਕੇ ਗਏ, ਰਾਤ ਦੇ ਹਨੇਰੇ ਵਿੱਚ ਗਏ ਤੇ ਇੱਕ ਜਿਹੜਾ ਇੱਕ ਘੋੜਾ ਸੀਗਾ ਉਹਨੂੰ ਕੀ ਕਰਤੀ, ਕੰਧ ਟਪਾਤੀ ਤੇ ਆਪਣੇ ਕੋਲੇ ਕਿੱਥੇ ਲੈ ਆਏ, ਗੁਰੂ ਜੀ ਕੋਲ ਲੈ ਆਏ, ਕਿਉਂਕਿ ਗੁਰੂ ਜੀ ਦੀ ਅਮਾਨਤ ਸੀਗੇ। ਤੇ ਜਿਹੜਾ ਦੂਜਾ ਘੋੜਾ ਸੀਗਾ, ਦੂਜੇ ਦਿਨ ਜਦੋਂ ਉਹ ਗਏ ਤਾਂ ਇੱਕ ਸਾਧ ਦਾ ਭੇਸ ਬਣਾ ਕੇ ਗਏ। ਉੱਥੇ ਕਹਿੰਦੇ ਵੀ ਦਰਬਾਨਾਂ ਨੂੰ ਕਿ ਮੈਨੂੰ ਪਤਾ ਵੀ ਤੁਹਾਡਾ ਕੌਣ ਲੈ ਕੇ ਗਿਆ ਇਹ ਉਹ, ਤਾਂ ਉਹ ਕਹਿੰਦੇ ਵੀ ਦੱਸੋ, ਕਹਿੰਦਾ ਮੈਨੂੰ ਜਗ੍ਹਾ ਦਿਖਾਓ ਵੀ ਕਿੱਥੋਂ ਲੈ ਕੇ ਗਿਆ। ਤਾਂ ਜਦੋਂ ਜਗ੍ਹਾ ਦਿਖਾਈ ਤਾਂ ਉਹਨੇ ਮਤਲਬ ਉੱਥੇ ਬਿਧੀ ਚੰਦ ਨੇ ਕੀ ਕੀਤਾ, ਉੱਥੇ ਉਹਨਾਂ ਨਾਲ ਹਾਥਾਪਾਈ ਕਰਕੇ ਉਸ ਘੋੜੇ ਨੂੰ ਵੀ ਕੀ ਕਰਤਾ, ਟਪਾਤਾ। ਤਾਂ ਉਸ ਕਰਕੇ ਕਿਹੜੀ ਲੜਾਈ ਹੋਈ ਸੀ ਜੀ, ਇਹ ਲਹਿਰਾਂ ਦੀ ਲੜਾਈ ਹੋਈ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਫਗਵਾੜਾ ਦੀ ਲੜਾਈ ਹੋਈ ਜੀ, ਤੇ ਉਸ ਤੋਂ ਬਾਅਦ ਕਰਤਾਰਪੁਰ ਦੀ ਲੜਾਈ ਹੋਈ। ਕਰਤਾਰਪੁਰ ਦੀ ਲੜਾਈ ਕਿਉਂ ਖਾਸ ਹੈ ਜੀ, ਕਿਉਂਕਿ ਇਹ ਪੈਂਦੇ ਖਾਨ ਦੇ ਨਾਲ ਹੋਈ ਸੀ। ਪੈਂਦੇ ਖਾਨ, ਕਾਲੇ ਖਾਨ ਤੇ ਕੁਤਬ ਖਾਨ, ਇਹ ਤਿੰਨ ਜਾਣੇ ਸੀ ਜਿਹੜੇ ਕਿ ਮੁਗਲ ਫੌਜ ਦਾ ਟੱਕਰਾ ਕਰ ਰਹੇ ਸੀ। ਇਹ ਤਿੰਨੇ ਲੜਾਈਆਂ ਕਿਹਦੇ ਵਿਚਕਾਰ ਹੋਈਆਂ ਸੀ ਜੀ, ਮੁਗਲ ਅਤੇ ਸਿੱਖਾਂ ਦੇ ਵਿਚਕਾਰ ਹੋਈਆਂ ਸੀ, ਠੀਕ ਹੈ। ਚਾਰੇ ਲੜਾਈਆਂ ਸੌਰੀ ਮੁਗਲ ਅਤੇ ਸਿੱਖਾਂ ਦੇ ਵਿਚਕਾਰ ਹੋਈਆਂ ਸੀ। ਇਹਦੇ ਵਿੱਚੋਂ ਲਾਸਟ ਵਾਲੀ ਲੜਾਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ, ਕਿਉਂਕਿ ਇਹਦੇ ਵਿੱਚ ਇੱਕ ਪੈਂਦੇ ਖਾਨ ਨਾਮ ਦਾ ਪਠਾਨ ਸੀਗਾ। ਇਹਦੀ ਖਾਸ ਗੱਲ ਕੀ ਸੀ, ਇਹਨੂੰ ਗੁਰੂ ਸਾਹਿਬਾਨ ਨੇ ਹੀ ਪਾਲਿਆ ਸੀ। ਗੁਰੂ ਸਾਹਿਬਾਨ ਨੇ ਇਹਦੀ ਮਤਲਬ ਜੋ ਖਾਣ ਪੀਣ ਦੀ ਪੂਰੀ ਇਹਨੂੰ ਜੋ ਵੀ ਗਿਆਨ ਸੀਗਾ, ਜੋ ਵੀ ਲੜਾਈ ਵਗੈਰਾ ਦੇ ਸੀਗੇ, ਉਹ ਸਾਰੇ ਗੁਰੂ ਸਾਹਿਬਾਨ ਨੇ ਦੱਸੇ। ਪਰ ਕਹਿੰਦੇ ਨੇ ਕਿ ਇੱਕ ਟਾਈਮ ਦੇ ਉੱਤੇ ਆ ਕੇ ਇਹਨੂੰ ਐ ਹੋ ਗਿਆ, ਬਸ ਮੈਂ ਹੀ ਆ, ਮੇਰੇ ਬਿਨਾਂ ਲੜਾਈ ਜਿੱਤੀ ਨਹੀਂ ਜਾ ਸਕਦੀ। ਤਾਂ ਗੁਰੂ ਸਾਹਿਬਾਨ ਨੂੰ ਪਤਾ ਲੱਗ ਗਿਆ ਕਿ ਹੰਕਾਰ ਕਰ ਗਿਆ, ਤਾਂ ਦੋ ਲੜਾਈਆਂ ਵਿੱਚ ਗੁਰੂ ਸਾਹਿਬਾਨ ਇਹਨੂੰ ਲੈ ਕੇ ਨਹੀਂ ਗਏ ਤੇ ਉਹ ਲੜਾਈਆਂ ਵੀ ਜਿੱਤ ਗਏ। ਫਿਰ ਇਹਨੂੰ ਐ ਲੱਗਿਆ ਵੀ ਹੁਣ ਮੇਰੀ ਇੱਥੇ ਬੇਇੱਜ਼ਤੀ ਹੋ ਰਹੀ ਹੈ, ਤਾਂ ਇਹਨੇ ਗੁਰੂ ਸਾਹਿਬਾਨ ਦੀ ਫੌਜ ਛੱਡ ਕੇ ਮੁਗਲਾਂ ਨਾਲ ਹੱਥ ਮਿਲਾ ਲਿਆ ਤੇ ਮੁਗਲਾਂ ਨੇ ਇਹਨੂੰ ਫਿਰ ਕਰਤਾਰਪੁਰ ਦੀ ਲੜਾਈ ਵਿੱਚ ਐਜ਼ ਪਠਾਨਾਂ ਦਾ ਮੁਗਲਾਂ ਦਾ ਸੈਨਾਪਤੀ ਬਣਾ ਕੇ ਭੇਜਿਆ। ਤੇ ਉਸ ਲੜਾਈ ਦੇ ਵਿੱਚ ਜਦੋਂ ਗੁਰੂ ਸਾਹਿਬਾਨ ਨੇ ਇਹਨੂੰ ਕਿਹਾ ਕਿ ਤੂੰ ਵਾਰ ਕਰ ਪਹਿਲਾਂ, ਤਾਂ ਇਹਨੇ 2-3 ਵਾਰ ਕੀਤੇ ਤੇ ਗੁਰੂ ਸਾਹਿਬਾਨ ਨੇ ਕੁਝ ਨਹੀਂ ਕਿਹਾ। ਫਿਰ ਜਦੋਂ ਗੁਰੂ ਸਾਹਿਬਾਨ ਨੇ ਇਹਦੇ ਉੱਤੇ ਵਾਰ ਕੀਤਾ ਤਾਂ ਮਤਲਬ ਕੁਝ ਵਾਰਾਂ ਦੇ ਵਿੱਚ ਹੀ ਕੀ ਕਰਤਾ, ਇਹਨੂੰ ਮਾਰਤਾ। ਜਦੋਂ ਇਹ ਜ਼ਖਮੀ ਹੋ ਕੇ ਜਮਾ ਡਿੱਗ ਗਿਆ ਤਾਂ ਗੁਰੂ ਸਾਹਿਬਾਨ ਨੂੰ ਇਹਦੇ ਉੱਤੇ ਪਿਆਰ ਆ ਗਿਆ। ਕਿਉਂ ਆ ਗਿਆ, ਕਿਉਂਕਿ ਗੁਰੂ ਸਾਹਿਬਾਨ ਨੇ ਆਪਣੇ ਹੱਥਾਂ ਨਾਲ ਇਹਨੂੰ ਰੋਟੀ ਪਾਣੀ ਖਵਾਈ ਹੋਈ ਸੀ। ਤਾਂ ਉਸ ਗੁਰੂ ਸਾਹਿਬਾਨ ਨੇ ਇਹਦੇ ਉੱਤੇ ਛਾਂ ਕੀਤੀ, ਠੀਕ ਹੈ, ਆਪਣੀ ਢਾਲ ਦੇ ਨਾਲ ਇਹਦੇ ਉੱਤੇ ਕੀ ਕੀਤੀ, ਛਾਂ ਕੀਤੀ, ਠੀਕ ਹੈ ਜੀ। ਤੇ ਉਦੋਂ ਫਿਰ ਇਹਨਾਂ ਨੇ ਗੁਰੂ ਸਾਹਿਬਾਨ ਨੇ ਇਹਨਾਂ ਨੂੰ ਕਿਹਾ ਕਿ ਤੂੰ ਆਪਣਾ ਕੁਤਬਾ ਪੜ੍ਹ ਲੈ, ਠੀਕ ਹੈ। ਜੇ ਮੈਂ ਗਲਤ ਨਹੀਂ ਕਹਿ ਰਿਹਾ, ਉਹਨਾਂ ਨੇ ਕੁਤਬਾ ਇਹ ਸ਼ਬਦ ਹੀ ਹੁੰਦਾ ਮੁਸਲਿਮ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਬਸ ਕਿ ਮੈਂ ਤੁਹਾਡੇ ਹੱਥੋਂ ਮਾਰ ਰਿਹਾ, ਇਹੀ ਮੇਰੀ ਜੰਨਤ ਹੈ, ਮੈਨੂੰ ਜੰਨਤ ਨਸੀਬ ਹੋ ਜੂਗੀ, ਠੀਕ ਹੈ। ਤਾਂ ਪੈਂਦੇ ਖਾਨ ਸੀਗਾ ਜੀ ਪਠਾਨ, ਬਹੁਤ ਤਕੜਾ ਪਠਾਨ ਸੀਗਾ, ਠੀਕ ਹੈ। ਆਪ ਜੀ ਨੇ ਜਹਾਂਗੀਰ ਦੀ ਕੈਦ ਵਿੱਚ ਲਗਭਗ 2 ਸਾਲ ਰਹੇ, ਕਿੱਥੇ, ਗਵਾਲੀਅਰ ਦੇ ਕਿਲੇ ਵਿੱਚ, ਗਵਾਲੀਅਰ ਮੱਧ ਪ੍ਰਦੇਸ਼ ਦੇ ਵਿੱਚ ਜੀ। ਕੀਰਤਪੁਰ ਰੱਬ ਦੇ ਨਾਮ ਦੀ ਜਗ੍ਹਾ, ਠੀਕ ਹੈ ਜੀ। ਇਹਨਾਂ ਨੇ ਜਿਹੜਾ ਕੀਰਤਪੁਰ ਵਸਾਇਆ ਸੀ, ਉਹਦਾ ਮਤਲਬ ਹੁੰਦਾ ਕਿ ਰੱਬ ਦੇ ਨਾਮ ਦੀ ਕਿਰਤ ਕਰਨੀ। ਕੀਰਤਪੁਰ ਰੱਬ ਦੇ ਨਾਮ ਦੀ ਕਿਰਤ ਕਰਨੀ, ਠੀਕ ਹੈ ਜੀ। ਅਕਾਲ ਤਖਤ ਮਤਲਬ ਕਿ ਰੱਬ ਦੀ ਗੱਦੀ, ਇਹ ਕਿੰਨੇ ਫੁੱਟ ਉੱਚੀ ਸੀ ਜੀ, 12 ਫੁੱਟ ਉੱਚੀ ਸੀ। ਤੇ ਪੇਪਰ 'ਚ ਆਉਂਦਾ ਕਿ ਕੁੱਲ ਪੰਜਾਬ ਦੇ ਵਿੱਚ ਕਿੰਨੇ ਤਖਤ ਨੇ, 3 ਨੇ। ਤੇ ਕੁੱਲ ਭਾਰਤ ਵਿੱਚ ਕਿੰਨੇ ਤਖਤ ਨੇ, ਸਿੱਖਾਂ ਦੇ 5 ਤਖਤ ਨੇ, ਜਿਹਦੇ ਵਿੱਚੋਂ 3 ਕੀ ਨੇ ਪੰਜਾਬ ਦੇ ਵਿੱਚ ਨੇ, 2 ਬਾਹਰ ਨੇ। ਕਿਹੜੇ ਬਾਹਰ ਨੇ, ਇੱਕ ਤਾਂ ਹਜੂਰ ਸਾਹਿਬ ਬਾਹਰ ਹੈ, ਇੱਕ ਪਟਨਾ ਸਾਹਿਬ ਬਾਹਰ ਹੈ, ਠੀਕ ਹੈ ਜੀ। ਥੱਲੇ ਕਮੈਂਟ ਕਰਕੇ ਦੱਸੋ 3 ਕਿਹੜੇ ਤਖਤ ਨੇ। ਇੱਕ ਤਾਂ ਅਕਾਲ ਤਖਤ ਹੋ ਗਿਆ, 2 ਤਖਤ ਕਿਹੜੇ ਨੇ ਜਿਹੜੇ ਪੰਜਾਬ ਦੇ ਵਿੱਚ ਨੇ, ਤੇ ਸਭ ਤੋਂ ਪੁਰਾਣਾ ਤਖਤ ਕਿਹੜਾ ਹੈ, ਸਭ ਤੋਂ ਪੁਰਾਣਾ ਤਖਤ ਆਪਣੇ ਕੋਲੇ ਅਕਾਲ ਤਖਤ ਹੀ ਹੈ, ਠੀਕ ਹੈ। ਅਬਦੁੱਲਾ ਤੇ ਨੱਥਾ ਇਹਨਾਂ ਕਵੀ ਦਰਬਾਰ ਦੇ 2 ਕਵੀ ਸੀਗੇ ਜਿਹੜੇ ਕੀ ਕਰਦੇ ਸੀ ਜੀ, ਵਾਰਾ ਗਾਉਂਦੇ ਸੀ। ਵਾਰਾ ਕਿਉਂ ਗਾਉਂਦੇ ਸੀਗੇ ਜੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਵਾਰਾ ਨਾਲ ਕੀ ਹੁੰਦਾ, ਇੱਕ ਜੋਸ਼ ਆਉਂਦਾ, ਲੜਾਈ ਦਾ ਜੋਸ਼ ਆਉਂਦਾ, ਤਾਂ ਕਰਕੇ ਕੀ ਕਰਦੇ ਸੀ ਜੀ, ਵਾਰਾ ਗਾਉਂਦੇ ਸੀ, ਤਾਂ ਕਿ ਜਿਹੜੇ ਸੈਨਾਪਤੀ ਨੇ, ਸੈਨਾ ਦੇ ਲੋਕ ਨੇ ਆਪਣੇ ਕੋਲੇ, ਉਹਨਾਂ ਦੇ ਵਿੱਚ ਕੀ ਹੋਏ, ਜੋਸ਼ ਭਰੇ। ਇਹਨਾਂ ਨੇ ਕੀ ਕਰਤਾ ਸੀ, ਇਹਨਾਂ ਤੋਂ ਪਹਿਲਾਂ ਕੀ ਹੁੰਦਾ ਸੀ, ਦਸਵੰਧ ਦੇ ਵਿੱਚ ਲੋਕ ਸਿਰਫ ਪੈਸੇ ਲੈ ਕੇ ਆਉਂਦੇ ਸੀ, ਪਰ ਇਹਨਾਂ ਨੇ ਕੀ ਕਿਹਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਕੀ ਚਾਹੀਦੇ ਨੇ, ਲੋਕ ਚਾਹੀਦੇ ਨੇ, ਜਵਾਨੀ ਚਾਹੀਦੀ ਆ, ਬੰਦੇ ਚਾਹੀਦੇ ਨੇ, ਤਾਂ ਕਿ ਮੈਂ ਆਪਣੀ ਇੱਕ ਫੌਜ ਤਿਆਰ ਕਰ ਸਕਾਂ। ਤਾਂ ਕਰਕੇ ਇਹਨਾਂ ਕੋਲੇ ਬਹੁਤ ਲੋਕ ਆਏ ਜਿਨ੍ਹਾਂ ਨੇ ਸਿਰਫ ਇੰਨਾ ਕਿਹਾ ਕਿ ਸਾਨੂੰ 2 ਟਾਈਮ ਦੀ ਰੋਟੀ ਤੇ 6 ਮਹੀਨੇ 'ਚ ਇੱਕ ਕੱਪੜਾ ਦੇ ਦਿਆ ਕਰੋ, ਬਸ ਹੋਰ ਸਾਨੂੰ ਕੁਝ ਵੀ ਨਹੀਂ ਚਾਹੀਦਾ, ਠੀਕ ਹੈ। ਇਹਨਾਂ ਨੇ ਜੋ ਲੋਕਾਂ ਤੋਂ ਸੀ ਐਜ਼ ਭੇਟਾ ਦੇ ਵਿੱਚ ਕੀ ਮੰਗੇ, ਇਹਨਾਂ ਨੇ ਘੋੜੇ ਮੰਗੇ, ਠੀਕ ਹੈ ਜੀ। ਇਹਨਾਂ ਨੇ ਆਪਣੇ ਨਾਲ 52 ਅੰਗ ਰੱਖਿਅਕ ਰੱਖੇ ਸੀਗੇ ਜੀ। ਇਹਨਾਂ ਦਾ ਉੱਤਰਾਧਿਕਾਰੀ ਕੌਣ ਹੋਏ, ਹਰੀ ਰਾਏ ਜੀ ਹੋਏ। ਇਹ ਜੋਤੀ ਜੋਤ ਕਦੋਂ ਸਮਾਏ, 3 ਮਾਰਚ 1645 ਨੂੰ ਕੀ ਕਰ ਗਏ, ਜੋਤੀ ਜੋਤ ਸਮਾ ਗਏ ਸੀ। ਇਹਨਾਂ ਨੇ ਸਿੱਖਾਂ ਨੂੰ ਸੈਨਾ ਵਿੱਚ ਭਰਤੀ ਹੋਣ ਲਈ ਹੁਕਮਨਾਮਿਆਂ ਦਾ ਸਹਾਰਾ ਲਿਆ, ਠੀਕ ਹੈ ਜੀ। ਹੁਕਮਨਾਮੇ ਹੁੰਦੇ ਸੀ ਤਾਂ ਕਿ ਲੋਕ ਛੇਤੀ ਜੋ ਕੀ ਨੇ ਫੌਜ ਦੇ ਵਿੱਚ ਸ਼ਾਮਿਲ ਹੋ ਜਾਣ। ਇਹਨਾਂ ਨੇ ਸੈਨਾ ਨੂੰ 100 ਦੇ 5 ਜੱਥਿਆਂ ਵਿੱਚ ਵੰਡਿਆ। ਜਦੋਂ ਸ਼ੁਰੂ ਤੇ ਸੈਨਾ ਬਣੀ ਤਾਂ 100 ਦੇ 5 ਜੱਥਿਆਂ ਵਿੱਚ ਵੰਡਿਆ ਤੇ ਹਰੇਕ ਜੱਥੇ ਦੇ ਮੁਖੀ ਨੂੰ ਜੱਥੇਦਾਰ ਕਿਹਾ ਜਾਂਦਾ ਸੀ। ਤੇ ਬਾਅਦ ਵਿੱਚ ਇਹ 500 ਤੋਂ ਕਿੰਨੀ ਹੋ ਗਈ ਸੀ ਜੀ, 2500 ਦੇ ਲਗਭਗ ਸੈਨਾ ਹੋ ਗਈ ਸੀ, ਠੀਕ ਹੈ। ਅੰਗ ਰੱਖਿਆ 52 ਸੀਗੇ। ਪੈਂਦੇ ਖਾਨ ਪਠਾਨਾਂ ਦਾ ਸੈਨਾ ਨਾਇਕ ਸੀਗਾ, ਠੀਕ ਹੈ। ਜਿਹੜੇ ਇਹਨਾਂ ਦੇ ਪੁੱਤਰ ਸੀ ਬਾਬਾ ਅਟਲ ਜੀ, ਉਹਨਾਂ ਦਾ ਗੁਰਦੁਆਰਾ ਕਿੱਥੇ ਆ, ਅੰਮ੍ਰਿਤਸਰ ਦੇ ਵਿੱਚ ਹੈ। ਜਿਹੜਾ ਡੇਰਾ ਸਾਹਿਬ ਹੈ, ਠੀਕ ਹੈ, ਜਿਹੜਾ ਇਹਨਾਂ ਨੇ ਆਪਣੇ ਪਿਤਾ ਲਈ ਬਣਵਾਇਆ ਸੀ। ਤਾਂ ਜੇ ਅੱਜ ਡੇਰਾ ਸਾਹਿਬ ਕਿਹਨਾਂ ਨੇ ਬਣਵਾਇਆ ਸੀ, ਤਾਂ ਇਹਨਾਂ ਨੇ ਹੀ ਬਣਵਾਇਆ ਸੀਗਾ, ਠੀਕ ਹੈ ਜੀ।
ਬਾਬਾ ਗੁਰਦਿੱਤਾ ਜੀ ਇਹਨਾਂ ਦੇ ਸਭ ਤੋਂ ਵੱਡੇ ਪੁੱਤਰ ਸਨ। ਇਹਨਾਂ ਦੇ ਇੱਕ ਪੁੱਤਰ ਹਰੀ ਰਾਏ ਜੀ ਸੀਗੇ, ਦੂਜੇ ਪੁੱਤਰ ਧੀਰਾਮਲ। ਬਾਬਾ ਗੁਰਦਿੱਤਾ ਜੀ ਦੇ ਇੱਕ ਪੁੱਤਰ ਹਰੀ ਰਾਏ ਤੇ ਧੀਰਾਮਲ। ਤੁਹਾਨੂੰ ਪਤਾ ਹੈ ਇਹਨਾਂ ਨੇ ਅੱਗੇ ਉੱਤਰਾਧਿਕਾਰੀ ਕਿਹਨੂੰ ਬਣਾਇਆ? ਹਰੀ ਰਾਏ ਜੀ ਨੂੰ, ਜਿਹਦੇ ਕਰਕੇ ਧੀਰਾਮਲ ਨੇ ਵੀ ਕੀ ਕੀਤਾ? ਇਹਨਾਂ ਦਾ ਵਿਰੋਧ ਕੀਤਾ ਸੀਗਾ ਜੀ। ਬਾਬਾ ਬਿਧੀ ਚੰਦ ਜਿਹੜੇ ਸੀਗੇ ਉਹ ਘੋੜੇ ਆਜ਼ਾਦ ਕਰਵਾ ਕੇ ਲੈ ਕੇ ਆਏ ਸੀ। ਮੈਂ ਤੁਹਾਨੂੰ ਦੱਸ ਚੁੱਕਿਆ ਅਕਾਲ ਤਖਤ ਦੀਆਂ ਉੱਪਰਲੀਆਂ 3 ਮੰਜ਼ਲਾਂ ਦਾ ਨਿਰਮਾਣ ਕਿਹਨਾਂ ਨੇ ਕਰਾਇਆ ਸੀ? ਮਹਾਰਾਜਾ ਰਣਜੀਤ ਸਿੰਘ ਨੇ। ਕੁੱਲ ਕਿੰਨੀਆਂ ਮੰਜ਼ਲਾਂ ਨੇ? 5। 2 ਦਾ ਕਿਹਨਾਂ ਨੇ ਕਰਵਾਇਆ ਸੀਗਾ? ਗੁਰੂ ਸਾਹਿਬਾਨ ਨੇ। ਤੇ ਅਗਲੀਆਂ 3 ਮੰਜ਼ਲਾਂ ਦਾ ਮਹਾਰਾਜਾ ਰਣਜੀਤ ਸਿੰਘ ਨੇ। ਕੀਰਤਪੁਰ ਦੀ ਭੂਮੀ ਜਿਹੜੀ ਸੀ ਇਹਨਾਂ ਨੂੰ ਕਿਹਨਾਂ ਨੇ ਦਿੱਤੀ ਸੀ? ਕਲਿਆਣ ਚੰਦ ਨਾਮ ਦੇ ਬੰਦੇ ਨੇ ਦਿੱਤੀ ਸੀ ਕੀਰਤਪੁਰ ਬਸਾਉਣ ਦੇ ਲਈ। ਅੰਮ੍ਰਿਤਸਰ ਦੀ ਕਿਲਾਬੰਦੀ ਵੀ ਇਹਨਾਂ ਨੇ ਕੀਤੀ ਹਰਗੋਬਿੰਦ ਜੀ ਨੇ ਸੌਰੀ। ਧਰਮਸ਼ਾਲਾ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੋਂ ਧਰਮਸ਼ਾਲਾ ਕਿਹਾ ਜਾਂਦਾ ਸੀਗਾ ਵੀ ਜਿੱਥੇ ਵੀ ਡੇਰਾ ਹੁੰਦਾ ਸੀ, ਜਿੱਥੇ ਲੋਕ ਰੁਕ ਸਕਦੇ ਸੀ, ਲੰਗਰ ਪਾਣੀ ਚੱਲਦਾ ਸੀ। ਪਰ ਇਹਨਾਂ ਨੇ ਹੀ ਉਹਨੂੰ ਕੀ ਨਾਮ ਦਿੱਤਾ? ਗੁਰਦੁਆਰਾ ਦਾ ਨਾਮ ਦਿੱਤਾ। ਤਾਂ ਇਹਨਾਂ ਨੂੰ ਬੰਦੀ ਛੋੜ ਬਾਬਾ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਿਉਂਕਿ ਇਹਨਾਂ ਨੇ 52 ਰਾਜਿਆਂ ਨੂੰ ਛੁਡਵਾਇਆ ਸੀ ਆਪਣੇ ਨਾਲ। ਇਹਨਾਂ ਨੂੰ ਧਾਰਮਿਕ ਘੋੜਸਵਾਰੀ ਤੇ ਸ਼ਸਤਰ ਵਿਦਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ, ਮੈਂ ਕਰਵਾ ਚੁੱਕਿਆ। ਅਕਾਲ ਤਖਤ ਮਤਲਬ ਪਰਮਾਤਮਾ ਦੀ ਗੱਦੀ ਦਾ ਨਿਰਮਾਣ, ਠੀਕ ਹੈ। ਪੱਛਮ ਵਾਲੇ ਪਾਸੇ ਹੈ, ਵੈਸਟ ਵਾਲੇ ਪਾਸੇ ਕੀ ਤੋਂ? ਹਰਮੰਦਰ ਸਾਹਿਬ ਦੇ। ਇਹਨਾਂ ਨੇ ਰਾਜਸੀ ਚਿੰਨ੍ਹ ਪਹਿਨਣੇ ਸ਼ੁਰੂ ਕੀਤੇ, ਜਿਵੇਂ ਕਿ ਇਹਨਾਂ ਨੇ ਕਲਗੀ ਲਾਈ, ਠੀਕ ਹੈ। ਇਹਨਾਂ ਨੇ ਕਿਰਪਾਨ ਕੀਤਾ। ਇਹਨਾਂ ਨੇ ਜੋ ਵੀ ਰਾਜਸੀ ਚਿੰਨ੍ਹ ਹੁੰਦੇ ਸੀ ਰਾਜਿਆਂ ਵਾਲੇ ਉਹ ਸ਼ੁਰੂ ਕੀਤੇ, ਠੀਕ ਹੈ। ਇਹ ਤੋਂ ਪਹਿਲਾਂ ਜੋ ਵੀ ਸੀਗੇ ਉਹ ਇੱਕ ਤਰੀਕੇ ਨਾਲ ਫਕੀਰੀ ਦਾ ਭੇਸ ਧਾਰਦੇ ਸੀਗੇ। ਇਸ ਤੋਂ ਇਹਨਾਂ ਤੋਂ ਪਹਿਲਾਂ ਦੇ ਗੁਰੂ, ਪਰ ਇਹਨਾਂ ਨੇ ਇੱਕ ਰਾਜਸੀ ਚਿੰਨ੍ਹ ਧਾਰੇ। ਉਹਨਾਂ ਦੀ ਮਾਲਾ ਜਿਹੜੀ ਸੇਲੀ ਕਹਿ ਰਿਹਾ ਸੀ ਮੈਂ, ਉਹਨਾਂ ਦੀ ਜਗ੍ਹਾ ਤੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਇਹਨਾਂ ਨੇ ਅੰਮ੍ਰਿਤਸਰ ਦੀ ਕਿਲਾਬੰਦੀ ਕਰਵਾਈ। ਲੋਹਗੜ੍ਹ ਦਾ ਕਿਲਾ ਬਣਵਾਇਆ 1609 ਦੇ ਵਿੱਚ। ਇਹਨਾਂ ਦੀ ਗੁਰਵਾਈ ਨੂੰ 3 ਕਾਲਾਂ ਵਿੱਚ ਵੰਡਿਆ ਜਾਂਦਾ, ਇੱਕ 1606 ਤੋਂ 1627, 1628 ਤੋਂ 1635, 1638 ਤੋਂ 1645। 1609 ਜਿਹੜਾ 1606 ਤੋਂ 27 ਤੱਕ ਸੀ ਉਦੋਂ ਤੱਕ ਜਹਾਂਗੀਰ ਰਿਹਾ, ਉਹ ਤੋਂ ਬਾਅਦ ਦੋਨੇ ਵਾਰੀ ਸ਼ਾਹਜਹਾਂ ਰਿਹਾ, ਠੀਕ ਹੈ। ਇਸ ਟਾਈਮ ਦੇ ਉੱਤੇ ਮਤਲਬ ਇਹਨਾਂ ਦੇ ਸ਼ਾਹਜਹਾਂ ਨਾਲ ਕੋਈ ਰਿਸ਼ਤੇ ਜ਼ਿਆਦਾ ਵਧੀਆ ਨਹੀਂ ਰਹੇ, ਠੀਕ ਹੈ ਜੀ। ਮੁਗਲਾਂ ਨੇ ਸਿੱਖਾਂ ਨਾਲ 4 ਲੜਾਈਆਂ ਲੜੀਆਂ ਤੇ 4 ਦੇ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ, ਠੀਕ ਹੈ ਜੀ। ਸੋ ਇਹ ਸੀ ਆਪਣੇ ਕੋਲੇ ਗੁਰੂ ਹਰਗੋਬਿੰਦ ਜੀ ਬਾਰੇ। ਮੈਂ ਉਮੀਦ ਕਰਦਾ ਕਿ ਇੰਨਾ ਕੁ ਲੈਕਚਰ ਤੁਹਾਨੂੰ ਪਸੰਦ ਆਇਆ ਹੋਊਗਾ। ਇਹਨੂੰ ਜਰੂਰ ਪੜਿਓ। ਨਾਲ ਹੀ ਹੁਣ ਮੈਂ ਜਲਦੀ ਹੀ ਹਰੀ ਰਾਏ ਜੀ ਬਾਰੇ ਅਗਲੀ ਵੀਡੀਓ ਲੈ ਕੇ ਆਉਂਗਾ। 10 ਦੇ 10 ਗੁਰੂ ਸਾਹਿਬਾਨ ਆਪਾਂ ਕਰਨੇ ਨੇ। ਥੈਂਕ ਯੂ ਵੈਰੀ ਮਚ।